ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਅਸੀਂ ਜੋ 10ਵੇਂ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਪਾਵਨ ਕਥਾ ਵਿਚਾਰ ਸ੍ਰੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋਂ ਸਰਵਣ ਕਰਾਂਗੇ। ਜਦੋਂ ਪਹਾੜੀ ਰਾਜਿਆਂ ਨੇ ਔਰੰਗਜ਼ੇਬ ਦੇ ਅੱਗੇ ਫਰਿਆਦ ਕੀਤੀ ਸੀਗੀ, ਜਦੋਂ ਉਹਨਾਂ ਨੇ ਸੋਚਿਆ ਸੀ ਵੀ ਇਹ ਖਾਲਸਾ ਪੰਥ ਜਿਹੜਾ ਵੱਧਦਾ ਹੀ ਜਾ ਰਿਹਾ, ਈਰਖਾ ਦੇ ਵੱਸ ਹੋ ਕੇ ਔਰੰਗਜ਼ੇਬ ਦੇ ਕੋਲ ਗਏ ਸੀਗੇ ਪਹਾੜੀ ਰਾਜੇ ਇਕੱਠੇ ਹੋ ਕੇ। ਉਹਦਾ ਬਹੁਤ ਹੀ ਸੁੰਦਰ ਢੰਗ ਦੇ ਨਾਲ ਕਵੀ ਭਾਈ ਸੰਤੋਖ ਸਿੰਘ ਜੀ ਨੇ ਜੋ ਦਰਜ ਕੀਤਾ ਹੈ, ਆਓ ਜੀ ਆਪਾਂ ਹੁਣ ਇੱਕ ਮਨ ਇੱਕ ਚਿੱਤ ਹੋ ਕਰ ਸਰਵਣ ਕਰੀਏ। ਇੱਥੇ ਆਪਾਂ ਨੂੰ ਪਤਾ ਲੱਗੇਗਾ ਕਿਸ ਤਰ੍ਹਾਂ ਉਹ ਰਾਜਪੂਤ ਰਾਜੇ ਜਿਨ੍ਹਾਂ ਦੇ ਦਾਦੇ ਪੜਦਾਦਿਆਂ ਨੂੰ 6ਵੇਂ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਕਿਸੇ ਸਮੇਂ ਰਿਹਾ ਕਰਵਾਇਆ ਸੀਗਾ, ਤੇ ਉਹ ਅੱਜ ਸਿੱਖ ਪੰਥ ਦੇ ਹੀ, ਖਾਲਸਾ ਪੰਥ ਦੇ ਹੀ ਦੁਸ਼ਮਣ ਬਣ ਬੈਠੇ ਨੇ। ਤਾਂ ਆਓ ਜੀ ਆਪਾਂ ਹੁਣ ਸਰਵਣ ਕਰਦੇ ਹਾਂ ਇਹ ਕਥਾ। ਦੇਖਿਓ ਬੜੋ ਕਸੂਤ ਕੋ ਗੁਰ ਕੀ ਜਵਰੀ ਬਾਤ, ਪੰਥ ਖਾਲਸਾ ਮਿਟਤ ਨਹਿ ਵਧਤ ਜਾਤ ਅਵਵਾਤ। ਪਹਾੜੀ ਰਾਜਿਆਂ ਨੇ ਇਹ ਮਨ ਦੇ ਵਿੱਚ ਸੋਚਿਆ ਵੀ ਅਸੀਂ ਤਾਂ ਵੀ ਕਸੂਤੀ ਜੀ ਕੜਿੱਕੀ 'ਚ ਫਸੇ ਪਏ ਆ, ਵੀ ਇਹ ਗੁਰੂ ਗੋਬਿੰਦ ਸਿੰਘ ਜੀ ਕਿਤੇ ਸਾਡਾ ਰਾਜ ਹੀ ਨਾ ਖੋਹ ਲਵੇ। ਮਹਾਰਾਜ ਜੀ ਨੂੰ ਇਸ ਤਰ੍ਹਾਂ ਸਮਝ ਨਹੀਂ ਨਾ ਪਾਏ, ਅਗਿਆਨੀ ਸੀਗੇ। ਕਹਿੰਦੇ ਪੰਥ ਖਾਲਸਾ ਖਤਮ ਹੀ ਨਹੀਂ ਹੁੰਦਾ, ਵੱਡੀ ਗਿਣਤੀ ਵਿੱਚ ਵੱਧਦਾ ਹੀ ਜਾਂਦਾ। ਤੇ ਮਹਾਰਾਜ ਜੀ ਨੇ ਦੇਖੋ ਭਾਈ, ਇਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ, ਜਿਨ ਕੀ ਜਾਤ ਗੋਤ ਕੁਲ ਨਾਹੀ ਸਰਦਾਰੀ ਵੀ ਨਹੀਂ ਕਦਾਈ। ਜਿਨ੍ਹਾਂ ਨੂੰ ਕੋਈ ਪਛਾਣਦਾ ਤੱਕ ਨਹੀਂ ਸੀਗਾ, ਜਿਨ੍ਹਾਂ ਨੂੰ ਕੋਈ ਕਹਿੰਦਾ ਸੀ ਨੀਵੀਂ ਜਾਤੀ ਵਾਲੇ ਆ, ਇਹ ਤਾਂ ਨੀਵੀਂ ਜਾਤੀ ਵਾਲੇ ਘੁਮਿਆਰ ਆ, ਇਹ ਝਿਉਰ ਨੇ। ਇਸ ਤਰ੍ਹਾਂ ਬਹੁਤ ਸਾਰੀਆਂ ਜਾਤੀਆਂ ਨੂੰ ਇਹ ਕਿਹਾ ਜਾਂਦਾ ਸੀ। ਸਾਰਿਆਂ ਨੂੰ ਮਹਾਰਾਜ ਜੀ ਨੇ ਗਲ ਦੇ ਨਾਲ ਲਾਇਆ, ਉਹਨਾਂ ਨੂੰ ਉਹਨਾਂ ਦੇ ਸਿਰ ਤੇ ਸੋਹਣੀਆਂ ਦਸਤਾਰਾਂ ਬਣਵਾਈਆਂ, ਤੇ ਮਹਾਰਾਜ ਜੀ ਨੇ ਆਖਿਆ ਭਾਈ ਤੁਹਾਨੂੰ ਕਹਿਣਗੇ ਵੀ ਖਾਲਸਾ ਜੀ ਆ ਗਏ, ਸਰਦਾਰ ਜੀ ਬੁਲਾਉਣਗੇ ਸਾਰੇ, ਇਨਹੀ ਕੋ ਸਰਦਾਰ ਬਣਾਓ। ਰਾਜਾ ਭੀਮ ਚੰਦ ਉੱਥੋਂ ਦਾ ਜਿਹੜਾ ਹੁਣ ਰਾਜਾ ਸੀਗਾ, ਪਹਾੜੀ ਰਾਜਾ, ਵੱਡਾ ਦੁੱਖ ਪਾਉਂਦਾ ਸੀਗਾ। ਉਹਨੇ ਪਿੰਡ ਉਜਾੜ ਦਿੱਤੇ ਆ। ਗੁਰੂ ਮਹਾਰਾਜ ਜੀ ਦਾ ਬਲ ਦੇਖਿਆ, ਮਹਾਰਾਜ ਜੀ ਦਾ ਜ਼ੋਰ ਦੇਖਿਆ। ਗੁਰੂ ਸਾਹਿਬ ਜੀ ਤਾਂ ਵੱਡੇ ਸੂਰਮੇ ਆ, ਮਹਾਰਾਜ ਜੀ ਨੂੰ ਜੰਗ ਵਿੱਚ ਹਰਾਉਣਾ ਬਹੁਤ ਮੁਸ਼ਕਲ ਹੋ ਗਿਆ। ਭਇਓ ਬਿਵਸ ਕਛ ਯਤਨ ਨਾ ਜਾਣਿਓ, ਇਹ ਭੀਮ ਚੰਦ ਬਹੁਤ ਬੇਬਸ ਜਿਹਾ ਹੋ ਗਿਆ, ਕੋਈ ਯਤਨ ਨਹੀਂ ਸੀ ਜਾਣਿਆ ਜਾਂਦਾ। ਕਹਿੰਦਾ ਔਰੰਗਜ਼ੇਬ ਦੇ ਕੋਲ ਨਾ ਚੱਲੀਏ, ਜਾ ਕੇ ਪੁਕਾਰ ਕਰੀਏ। ਸਾਰੇ ਰਾਜਿਆਂ ਨੂੰ ਹੁਣ ਜਿਹੜੇ ਉੱਥੇ ਬੁਰੇ ਬੰਦੇ ਜਦੋਂ ਬਹਿ ਜਾਣ ਨਾ, ਕਲਯੁਗ ਦੀ ਨਿਸ਼ਾਨੀ ਆ ਇਹ ਵੀ, ਚੰਗਾ ਕੰਮ ਕਰਨ ਲੱਗਾਂਗੇ ਨਾ ਗੁਰਮੁਖੋ, ਚੰਗਾ ਕੰਮ ਕਰਨ ਲੱਗਾਂਗੇ, ਕੋਈ ਵਿਘਨ ਇੰਨੇ ਜ਼ਿਆਦਾ ਪੈਣਗੇ ਉਹਦੇ ਵਿੱਚ ਵੀ ਆਪਾਂ ਕਹਾਂਗੇ ਇੰਨੇ ਵਿਘਨ। ਹੁਣ ਬੰਦਗੀ ਕਰਨੀ ਹੋਵੇ, ਸਾਧ ਸੰਗਤ ਕਰਨੀ ਹੋਵੇ, ਵਿਘਨ ਕਿੰਨੇ ਪੈਂਦੇ ਆ। ਤੇ ਉਧਰ ਦੂਜੇ ਪਾਸੇ ਗਾਉਣ ਵਾਲੀ ਲੱਗੀ ਹੋਵੇ, ਇਕੱਠ ਕਰਨ ਦੀ ਲੋੜ ਨਹੀਂ ਪੈਂਦੀ, ਭੱਜੇ ਹੀ ਜਾਂਦੇ ਆ। ਤਾਂ ਮਾੜਾ ਕੰਮ ਜਿਹੜਾ ਹੈ ਬਹੁਤ ਛੇਤੀ ਹੋ ਜਾਂਦਾ ਕਲਯੁਗ ਵਿੱਚ, ਚੰਗੇ ਕੰਮ ਨੂੰ ਸਮਾਂ ਲੱਗਦਾ। ਇਸ ਤਰ੍ਹਾਂ ਰਾਜਿਆਂ ਨੇ ਵੀ ਜਿਹੜੇ ਇਕੱਠੇ ਹੋਏ ਸੀ, ਉਹਨਾਂ ਨੂੰ ਗੱਲਾਂ ਵਧੀਆ ਲੱਗੀਆਂ ਇੱਕ ਦੂਜੇ ਦੀਆਂ। ਕਹਿੰਦੇ ਚਲੋ ਹੁਣ ਆਪਾਂ ਦੁਬਾਰਾ ਚੱਲੀਏ ਔਰੰਗਜ਼ੇਬ ਕੋਲ, ਗੁਰੂ ਦੇ ਵਿਰੁੱਧ ਫਰਿਆਦ ਕਰੀਏ ਚੱਲ ਕੇ। ਭੀਮ ਚੰਦ ਕਹਿਲੂਰ ਦਾ ਰਾਜਾ, ਉਹਨੇ ਹੰਡੂਰੀਏ ਨੂੰ ਆਪਦੇ ਨਾਲ ਲੈ ਲਿਆ। ਭੀਮ ਚੰਦ ਕਹਿਲੂਰੀਆ ਲੀਨ ਹੰਡੂਰੀ ਨਾਲ, ਕਰੇ ਕੂਚ ਦਰ ਕੂਚ ਕੋ ਦਿੱਲੀ ਗਏ ਉਤਾਲ। ਕੂਚ ਦਰ ਕੂਚ ਕਰਦੇ ਬੜੀ ਛੇਤੀ ਦਿੱਲੀ ਪਹੁੰਚ ਗਏ। ਕਈ ਵਿਧੀਆਂ ਦੇ ਨਾਲ ਭੇਟ ਦੇ ਕੇ ਸਿਰ ਨਵਾ ਕੇ ਸਲਾਮ ਕੀਤੀ ਆ, ਸੂਬੇ ਨੂੰ ਮਿਲ ਕੇ ਬੇਨਤੀ ਕੀਤੀ ਆ। ਇੱਕ ਬਾਦਸ਼ਾਹੀ ਸਾਡਾ ਆਸਰਾ ਹੈ, ਇੱਕ ਬਾਦਸ਼ਾਹੀ ਸਾਡਾ ਆਸਰਾ ਹੈ। ਬਹੁਤ ਸਾਲ ਬੀਤ ਗਏ ਆ, ਤੇ ਉਹ ਜਦੋਂ ਦਾ ਨਾ ਚੜ੍ਹਾਈ ਕਰਕੇ ਦੱਖਣ ਨੂੰ ਗਿਆ ਹੈ, ਉਸ ਸਮੇਂ ਤੇ ਆਪਣੇ ਸਥਾਨ ਤੇ ਸਾਨੂੰ ਬਿਠਾ ਗਿਆ, ਸੂਬੇ ਨੂੰ ਬਿਠਾ ਗਿਆ ਸੀਗਾ। ਤਾਂ ਸੂਬੇ ਨੂੰ ਜਾ ਕੇ ਬੇਨਤੀ ਕਰਦੇ ਆ, ਸੂਬੇ ਨੂੰ ਜਾ ਕੇ ਬੇਨਤੀਆਂ ਕਰਦੇ ਆ। ਫਿਰ ਉਹ ਸੂਬੇ ਨੂੰ ਕਹਿਣ ਲੱਗ ਗਏ ਕਿ ਇਸ ਤਰ੍ਹਾਂ ਨਾ ਤੁਸੀਂ ਸਾਡੀ ਮਦਦ ਕਰੋ ਜੀ, ਕਿਰਪਾ ਕਰਕੇ
ਪਹਿਲਾਂ ਵੀ ਤੁਸੀਂ ਸਾਡੀ ਮਦਦ ਬੜੀ ਕੀਤੀ ਸੀਗੀ। ਗੁਰੂ ਗੋਬਿੰਦ ਸਿੰਘ ਜੀ ਨੂੰ ਫੜਨ ਦੇ ਵਿੱਚ 10,000 ਬਲਵਾਨ ਸੈਨਾ ਭੇਜੀ ਸੀਗੀ। ਪੱਠ ਉਪਰਾਲ ਕੀਨ ਹਮਾਰਾ, ਮਚਿਓ ਯੁੱਧ ਦਾਰਣ ਤਿਸ ਬਾਰਾ। ਤੁਸੀਂ ਸਾਨੂੰ ਉਪਰਾਲਾ ਕਰਕੇ ਬਚਾ ਲਿਆ ਸੀਗਾ। ਫਿਰ ਸਰਹੰਦ ਦਾ ਸੂਬਾ ਵੀ ਗਿਆ ਸੀਗਾ। ਗੁਰੂ ਜੀ ਨੇ ਲੜਾਈ ਕਰਕੇ ਦਰਿਆ ਦੇ ਕਿਨਾਰੇ ਦੀ ਓਟ ਲੈ ਲਈ ਸੀਗੀ। ਇਹ ਸੁਣ ਕੇ ਸੂਬੇ ਨੇ ਪਹਾੜੀ ਰਾਜਿਆਂ ਨੂੰ ਸਮਝਾਇਆ ਕਿ ਬਾਦਸ਼ਾਹ ਦੇ ਕੋਲ ਹੀ ਭਾਈ ਜਾਣਾ ਬਣਦਾ। ਮੈਂ ਸਾਰਾ ਹਾਲ ਲੈ ਕੇ ਭੇਜ ਦੂੰਗਾ। ਤੁਹਾਡੇ ਉੱਤੇ ਕਮਾਲ ਦੇ ਜ਼ੁਲਮ ਹੁੰਦੇ ਆ। ਇਹਨਾਂ ਨੇ ਨਾ ਗੁਰੂ ਪਿਆਰਿਓ ਬਹੁਤ ਝੂਠੀਆਂ ਗੱਲਾਂ ਬਣਾ ਕੇ ਪੇਸ਼ ਕੀਤੀਆਂ ਸੀ ਉੱਥੇ ਦਰਬਾਰ ਦੇ ਵਿੱਚ, ਵੀ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਤੰਗ ਕਰਦੇ ਆ। ਪਹਿਲੇ ਦਿਨ ਤੋਂ ਹੀ ਇਹ ਝੂਠ, ਤਾਂ ਭਾਵ ਕਿ ਉਹ ਹੁੰਦਾ ਨਾ ਵੀ ਝੂਠ ਜਦੋਂ ਬੰਦਾ ਬੋਲਣ ਗਿੱਝ ਜੇ ਲੱਗ ਜੇ ਉਹ ਕੁਝ ਵੀ ਕਹਿ ਸਕਦਾ। ਇਹ ਆਦਤ ਤਾਂ ਹੀ ਮਾੜੀ ਮੰਨੀ ਜਾਂਦੀ। ਇੰਨਾ ਝੂਠ ਬੋਲਿਆ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਦੇ ਖਿਲਾਫ। ਉਹ ਸਾਡੀਆਂ ਜ਼ਮੀਨਾਂ ਖੋਹਦੇ ਆ, ਉਹ ਸਾਡੇ ਬੱਚਿਆਂ ਤੇ ਜ਼ੁਲਮ ਕਰਦੇ ਆ। ਭੜਕਾਊ ਮਹਾਰਾਜ ਬਾਰੇ ਇਹਨਾਂ ਨੇ ਪ੍ਰਚਾਰ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤਾਂ ਸਾਡੇ ਇਲਾਕੇ ਮੱਲ ਲੈਣਗੇ, ਉਹ ਸਾਡੀਆਂ ਜ਼ਮੀਨਾਂ ਤੇ ਕਾਬਜ਼ ਹੋ ਜਾਣਗੇ, ਸਾਨੂੰ ਬਚਾ ਲਓ ਤੇ ਦੁਹਾਈ ਹੋਵੇ। ਇਸ ਤਰ੍ਹਾਂ ਇਹਨਾਂ ਨੇ ਇਹ ਜਿਹੜੀਆਂ ਬੇਨਤੀਆਂ ਸੀਗੀਆਂ ਕੀਤੀਆਂ ਉੱਥੇ ਜਾ ਕੇ। ਤੇ ਸਭ ਕੁਝ ਆਪਾਂ ਨੂੰ ਪਤਾ ਵੀ ਇਹ ਝੂਠ ਹੀ ਸੀਗਾ, ਕੁਫਰ ਹੀ ਸੀਗਾ। ਤੇ ਉੱਥੇ ਫਿਰ ਉਹ ਕਹਿਣ ਲੱਗੇ ਵੀ ਨਹੀਂ, ਵੀ ਮੈਂ ਤਾਂ ਇਹ ਸਾਰੀਆਂ ਚੀਜ਼ਾਂ ਲੈ ਕੇ ਭੇਜੂੰਗਾ। ਸੂਬਾ ਕਹਿੰਦਾ ਵੀ ਬਾਦਸ਼ਾਹ ਜਿਹੜਾ ਨਾ, ਤੁਸੀਂ ਉਹਦੇ ਕੋਲੋਂ ਵੱਡੀ ਫੌਜ ਦਾ ਹੁਕਮ ਪ੍ਰਾਪਤ ਕਰੋ ਜੇ ਗੁਰੂ ਗੋਬਿੰਦ ਸਿੰਘ ਜੀ ਨੂੰ ਫੜਨਾ। ਨੇਕ ਸਲਾਹ ਜਾਣ ਸਭ ਰਾਜੇ। ਰਾਜਿਆਂ ਨੇ ਕਿਹਾ ਵੀ ਬੜੀ ਚੰਗੀ ਸਲਾਹ ਦਿੱਤੀ ਸੂਬੇ ਨੇ। ਬਾਦਸ਼ਾਹ ਨੂੰ ਮਿਲੇ ਤੋਂ ਬਿਨਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਫੜਿਆ ਨਹੀਂ ਜਾਣਾ। ਸੂਬੇ ਪਾਸੋਂ ਸਾਰਾ ਅਹਿਵਾਲ ਲਿਖਾਇਆ। ਇਹ ਅਹਿਵਾਲ ਨੂੰ ਆਪਣੇ ਪਹੁੰਚਣ ਤੋਂ ਪਹਿਲਾਂ ਪਹੁੰਚਾ ਦਿੱਤਾ ਉਹ ਜਿਹੜੀ ਚਿੱਠੀ ਵਿੱਚ। ਫਿਰ ਉਹ ਕਹਿੰਦੇ ਦੁਰਗ ਗੋਲ ਕੁੰਡਾ ਬੜ ਜਹਾਂ, ਜਿੱਥੇ ਗੋਲ ਕੁੰਡਾ ਦਾ ਵੱਡਾ ਸਾਰਾ ਕਿਲਾ ਨਾ ਔਰੰਗਜ਼ੇਬ ਯੁੱਧ ਕਰਦਾ ਹੋਇਆ ਉੱਥੇ ਰਹਿੰਦਾ ਸੀਗਾ। ਦਿੱਲੀ ਦੇ ਬਾਦਸ਼ਾਹ ਨੇ 9ਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਕੀਤੀ ਸੀਗੀ ਗੁਰੂ ਪਿਆਰਿਓ। ਬਾਅਦ ਵਿੱਚ ਉਹ ਕਿਲੇ 'ਚ ਰਹਿ ਨਹੀਂ ਸੀ ਸਕਿਆ। ਜੰਗ ਦਾ ਬਹਾਨਾ ਜਿਹਾ ਕਰਕੇ ਦੱਖਣ ਨੂੰ ਚਲਾ ਗਿਆ। ਨਰੰਗਾ ਬਹੁਤ ਮੂਰਖ ਸੀਗਾ। ਹਠੀ ਬਲੰਦ ਮੂੜ ਚਵਗੱਤਾ। ਚਵਗੱਤਾ ਇਹਦਾ ਗੋਤ ਵੀ ਮੰਨਿਆ ਜਾਂਦਾ, ਵੀ ਚਗੱਤਾ ਇਹਦਾ ਗੋਤ ਸੀਗਾ। ਤਾਂ ਕਰਕੇ ਕਵੀ ਜੀ ਨੇ ਚਗੱਤਾ ਸ਼ਬਦ ਵੀ ਵਰਤਿਆ ਹੈ। ਗੁਰਸੁਨ ਦਵੈਖੀ ਮਹਾ ਕੁਪੱਤਾ, ਵੱਡਾ ਕੁਪੱਤਾ ਸੀਗਾ। ਗੁਰੂ ਜੀ ਨਾਲ ਦੇਖ ਕੇ ਦਵੈਖ ਰੱਖਦਾ ਸੀ ਮਹਾਰਾਜ ਨਾਲ। ਫਿਰ ਪਹਾੜੀ ਰਾਜੇ ਦਿੱਲੀ ਤੋਂ ਚੜ੍ਹ ਕੇ ਛੇਤੀ ਉਹਨਾਂ ਨੇ ਦੱਖਣ ਵੱਲ ਜਾਣਾ ਸ਼ੁਰੂ ਕਰ ਦਿੱਤਾ। ਤੇ ਉਹ ਹਮੇਸ਼ਾ ਕੂਚ ਕਰਦੇ ਸਾਰਾ ਪੈਂਡਾ ਲੰਘ ਕੇ ਉੱਥੇ ਡੇਰਾ ਕਰ ਲਿਆ ਆਪਦਾ। ਪਹਿਲਾਂ ਸਾਰਾ ਜਿਹੜਾ ਉਮਰਾਵ ਨੇ ਪਹੁੰਚ ਕੇ ਉੱਥੇ ਉਹ ਗੱਲ ਸੁਣਾਈ ਆ। ਰਿਸ਼ਵਤ ਵਿੱਚ ਚੰਗੀਆਂ ਚੀਜ਼ਾਂ ਦਿੱਤੀਆਂ, ਵਸਤਾਂ ਦਿੱਤੀਆਂ, ਵੀ ਕਿਰਪਾ ਕਰਕੇ ਨਾ ਸਾਨੂੰ ਬਾਦਸ਼ਾਹ ਨਾਲ ਮਿਲਾ ਦੇ। ਹੁਣ ਜਿਹੜੇ ਬਾਦਸ਼ਾਹ ਦੇ ਅੱਗੇ ਬੰਦੇ ਹੁੰਦੇ ਆ ਉਹਨਾਂ ਨੂੰ ਜਿੰਨਾ ਸਮਾਂ ਆਪਾਂ ਸਿਫਾਰਿਸ਼ ਨਾ ਕਰੀਏ ਉਹ ਬਾਦਸ਼ਾਹ ਨਾਲ ਕਿੱਥੇ ਛੇਤੀ ਮਿਲਣ ਦਿੰਦੇ ਆ। ਅੱਜ ਦੇ ਰਾਜਨੀਤਿਕ ਬੰਦੇ ਹੀ ਲਾ ਲਓ। ਆਪਾਂ ਤਾਂ ਜਿਹੜੇ ਰਾਜਨੀਤਿਕ ਹਨ ਲੋਕ ਉਹਨਾਂ ਦੇ ਨੇੜੇ ਨਹੀਂ ਜਾ ਸਕਦੇ। ਚਮਚੇ ਜਿਹੜੇ ਆ ਨੇੜੇ ਜਾਣ ਦਿੰਦੇ ਆ। ਜੇ ਇਹਨਾਂ ਨੂੰ ਨੋਟਾਂ ਦਾ ਬੰਡਲ ਦੇ ਦਿਓ ਫਿਰ ਜੋ ਮਰਜ਼ੀ ਕਰੀ ਚੱਲੋ। ਬਹੁਤ ਉਮਰਾਵਾਂ ਨੇ ਬਾਦਸ਼ਾਹ ਨੂੰ ਦੱਸਿਆ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਹਨ ਸਿੱਖਾਂ ਦੇ ਗੁਰੂ, ਉਹਨਾਂ ਨੇ ਸ਼੍ਰੀ ਗੋਬਿੰਦ ਸਿੰਘ ਧੂਮ ਉਠਾਈ। ਉਹ ਬਹੁਤ ਜ਼ਿਆਦਾ ਧੂਮ ਮਚਾ ਰਹੇ ਆ। ਭਾਵ ਕਿ ਪਹਾੜੀ ਰਾਜੇ ਬੜੇ ਦੁਖੀ ਆ ਉਹਨਾਂ ਤੋਂ। ਪੁਕਾਰ ਕਰਨ ਵਾਸਤੇ ਇੱਥੋਂ ਤੱਕ ਆਏ ਆ। ਇਹ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਇਸ ਤਰ੍ਹਾਂ ਲਿਖਿਆ ਵੀ ਉਹਨਾਂ ਨੇ ਮਹਾਰਾਜ ਜੀ ਦੇ ਖਿਲਾਫ ਗੱਲਾਂ ਕੀਤੀਆਂ ਨਰੰਗੇ ਕੋਲ ਜਾ ਕੇ, ਔਰੰਗਜ਼ੇਬ ਕੋਲ ਜਾ ਕੇ। ਗੁਰੂ ਜੀ ਸਾਨੂੰ ਆਪਦੇ ਦੇਸ਼ 'ਚ ਵਸਣ ਨਹੀਂ ਦਿੰਦੇ। ਉਹਨਾਂ ਨੇ ਆਪਦੀ ਫੌਜ ਬਣਾ ਲਈ ਆ। ਦੇਸ਼ ਨਾ ਬਸਨ ਦੇਤ ਦਲ ਕੀਨੋ, ਗੁਰੂ ਨਿਡਰ ਕਿਸ ਤਰਾਸ ਨਾ ਚੀਨੋ। ਗੁਰੂ ਬਹੁਤ ਨਿਡਰ ਆ, ਕਿਸੇ ਤੋਂ ਡਰ ਨਹੀਂ ਖਾਂਦਾ ਤੇ ਤੁਹਾਡਾ ਵੀ ਡਰ ਨਹੀਂ ਹੈਗਾ ਉਹਨੂੰ। ਇਹ ਵੀ ਗੱਲ ਕਹਿਤੀ ਵੀ ਸਾਡੇ ਨਾਲ ਵੈਰ ਕੀਤਾ, ਸੁਣ ਅਵਰੰਗੇ ਬੂਝਿਓ ਫੇਰ। ਔਰੰਗਜ਼ੇਬ ਹੁਣ ਪੁੱਛਦਾ ਵੀ ਤੁਹਾਡੇ ਨਾਲ ਗੁਰੂ ਦਾ ਵੈਰ ਕਿਉਂ ਆ? ਉਹ ਪੁੱਛ ਰਿਹਾ ਪਹਿਲਾਂ ਵੀ ਵੱਡੀ ਸੈਨਾ ਤੁਹਾਡੇ ਕਹਿਣ ਤੇ ਭੇਜੀ ਸੀ, ਵੀ ਤੁਹਾਡਾ ਝਗੜਾ ਖਤਮ ਨਹੀਂ ਹੋਇਆ ਹਜੇ ਤੱਕ। ਗੁਰੂ ਪਾਸ ਤਾਂ ਰਾਜ ਦੇਸ਼ ਕੁਝ ਵੀ ਨਹੀਂ, ਉਹਨੂੰ ਫੌਜ ਕੌਣ ਦਿੰਦਾ? ਉਹ ਆਪਣੀ ਫੌਜ ਕਿੱਥੇ ਰੱਖਦਾ?
ਇਹ ਬਿਰਤਾਂਤ ਔਰੰਗਜ਼ੇਬ ਕਹਿੰਦਾ ਮੈਨੂੰ ਖੋਲ ਕੇ ਦੱਸੋ, ਮੈਨੂੰ ਪੂਰੀ ਗੱਲ ਦੱਸੋ ਨਾ। ਸੁਣ ਕਰ ਜੋਰਤ ਕਥਾ ਬਖਾਨੀ। ਸੁਣ ਕੇ ਪਹਾੜੀ ਰਾਜਿਆਂ ਨੇ ਹੱਥ ਜੋੜਿਆ। ਜਿਵੇਂ ਉਹਨਾਂ ਨੇ ਕਹਾਣੀ ਬੀਤੀ ਸੀਗੀ, ਸਾਰਾ ਕੁਝ ਗੱਲਾਂ ਵਿੱਚ ਜੋੜ ਕੇ ਤੋੜ ਕੇ ਮਰੋੜ ਕੇ ਸੁਣਾ ਦਿੱਤੀਆਂ ਸੀਗੀਆਂ। ਹੁਣ ਕਹਿਣ ਲੱਗੇ ਆ, ਔਰੰਗਜ਼ੇਬ ਦੇ ਸਵਾਲ ਦਾ ਜਵਾਬ ਦਿੰਦੇ ਆ ਵੀ ਗੁਰੂ ਜੀ ਦੇ ਪਿਤਾ ਜੀ ਨੇ ਸਾਡੇ ਤੋਂ ਕੁਝ ਸਥਾਨ ਮੁੱਲ ਲੈ ਲਿਆ ਸੀਗਾ। ਉੱਥੇ ਉਹਨਾਂ ਨੇ ਲਿਆ ਕੇ ਆਪਦੇ ਸਿੱਖਾਂ ਨੂੰ ਵਸਾ ਲਿਆ। ਬਾਅਦ ਵਿੱਚ ਉਹ ਪੂਰਬ ਵੱਲ ਚਲੇ ਗਏ ਆ। ਉੱਥੇ ਪਟਨੇ ਸ਼ਹਿਰ ਵਿੱਚ ਗੁਰੂ ਜੀ ਦਾ ਜਨਮ ਹੋ ਗਿਆ। ਇਹਨਾਂ ਦੇ ਘਰ ਇੱਕ ਪੁੱਤਰ ਪੈਦਾ ਹੋਇਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਬਾਰੇ ਕਹਿ ਰਹੇ ਆ। ਤੇ ਉਹ ਜਦੋਂ ਫਿਰ ਇੱਥੋਂ ਚਲੇ ਗਏ, ਗੁਰੂ ਜੀ ਛੋਟੀ ਉਮਰ ਵਿੱਚ ਹੀ ਇੱਧਰ ਨੂੰ ਆ ਗਿਆ। ਗੁਰੂ ਸਾਹਿਬ ਜੀ ਜਦੋਂ ਸੱਚਖੰਡ ਗਏ, ਸ਼ਹਾਦਤ ਪਾਈ ਮਹਾਰਾਜ ਜੀ ਨੇ, ਫਿਰ ਆਖਿਆ ਵੀ ਇੱਥੇ ਆ ਕੇ ਬਸ ਗਏ ਆ। ਇੱਥੇ ਰਹਿ ਕੇ ਸੁਰਤ ਸੰਭਾਲੀ ਆ ਤੇ ਨੌਕਰ ਰੱਖ ਲਏ ਆ, ਸ਼ਸਤਰਧਾਰੀ ਸਿੱਖ ਜਮ੍ਹਾਂ ਕਰ ਲਏ ਆ, ਪਿੰਡਾਂ 'ਚ ਸ਼ਿਕਾਰ ਖੇਡਣ ਚਲੇ ਜਾਂਦੇ ਆ, ਖੇਤੀ ਉਜਾੜ ਦਿੰਦੇ ਆ ਜਹਾਂ ਆਪਣਾ। ਅਸੀਂ ਮਿਲ ਕੇ ਹਟਾਇਆ ਵਾ। ਪੌਂਡੇ ਵੱਲ ਚਲੇ ਗਏ ਆ। ਉੱਥੇ ਵੀ ਬਹੁਤ ਇਹਨਾਂ ਨੇ ਲੋਕਾਂ ਨੂੰ ਦੁੱਖ ਦਿੱਤਾ। ਜਿਹੜੇ ਮਸੰਦ ਸੀਗੇ ਉਹ ਸਾਰੇ ਮਾਰ ਦਿੱਤੇ ਇਹਨਾਂ ਨੇ। ਹਰੀ ਚੰਦ ਵੱਡਾ ਧਨਵਾਨ ਰਾਜਾ ਸੀ, ਉਹਨੂੰ ਜੰਗ ਕਰਕੇ ਮਾਰ ਲਿਆ, ਉਹਨੂੰ ਵੀ ਮਾਰਤਾ। ਦੇਖੋ ਜੀ, ਸਾਨੂੰ ਕਿੰਨਾ ਦੁਖੀ ਕਰਦਾ ਹੈ ਗੁਰੂ, ਕਿੰਨੇ ਦੁੱਖ ਦੇ ਰਿਹਾ ਗੁਰੂ। ਇਸ ਤਰ੍ਹਾਂ ਨਾ ਭਾਵ ਜਿਹੜੀ ਝੂਠੀ ਮਰਿਆਦਾ ਸੀਗੀ, ਸਾਰੀ ਝੂਠ ਦਾ ਬਲੰਦਾ, ਤੇ ਉਹ ਸਾਰਾ ਔਰੰਗਜ਼ੇਬ ਦੀ ਕਚਹਿਰੀ ਵਿੱਚ ਜਾ ਕੇ ਪੇਸ਼ ਕਰ ਦਿੱਤਾ। ਕਹਿੰਦੇ ਜੀ ਅਸੀਂ ਨਾ ਉਹਨਾਂ ਕੋਲ ਗਏ ਵੀ ਸੀਗੇ, ਸਾਰਿਆਂ ਨੇ ਕਿਹਾ ਸੀ ਇਸ ਤਰ੍ਹਾਂ ਨਾ ਕਰਿਆ ਕਰੋ, ਤੇ ਪਰ ਉਹ ਹਟਦੇ ਨਹੀਂ ਹੈਗੇ। ਫਿਰ ਉਦੋਂ ਕਿਹਾ ਸੀਗਾ ਵੀ ਦਿੱਲੀ ਦਾ ਬਾਦਸ਼ਾਹ, ਜੇ ਤੁਸੀਂ ਇੱਦਾਂ ਕਰੋਗੇ ਤੁਹਾਨੂੰ ਸਜ਼ਾ ਦੇਊਗਾ। ਗੁਰੂ ਨੇ ਆਖਿਆ ਮੈਨੂੰ ਕਿਸੇ ਦਾ ਕੋਈ ਡਰ ਨਹੀਂ। ਇਹ ਗੁਰੂ ਤਾਂ ਐਸਾ ਗੁਰੂ ਆ ਕਿ ਸਾਨੂੰ ਕਹਿ ਰਿਹਾ ਸੀ ਤੁਸੀਂ ਸਿੰਘ ਸਾਜੋ, ਬੜਾ ਸੁੱਖ ਮਿਲੇਗਾ। ਦੇਖੋ ਜੀ, ਭਾਵ ਸਾਨੂੰ ਇਸ ਤਰ੍ਹਾਂ ਆਖਿਆ। ਤੇ ਜਦੋਂ ਅਸੀਂ ਆਪ ਜੀ ਦਾ ਨਾਮ ਗੁਰੂ ਜੀ ਅੱਗੇ ਲਿਆ ਨਾ, ਰਾਵਰ ਨਾਮ ਗੁਰੂ ਜਬ ਲੀਨੋ ਸੁਣ ਹਮ ਸਕਲ ਤਰਾਸ ਮਨ ਆਇਓ, ਤਾਂ ਅਸੀਂ ਸਾਰਿਆਂ ਨੇ ਡਰ ਮੰਨਿਆ ਵੀ ਇਹ ਕੀ ਗੱਲ ਆ ਵੀ ਦਿੱਲੀ ਦੇ ਬਾਦਸ਼ਾਹ ਨਾਲ ਗੁਰੂ ਕਹਿੰਦਾ ਸਾਡਾ ਵੈਰ ਆ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਵੀ ਉਹਨਾਂ ਨੇ ਸਾਡੇ ਪਿਤਾ ਨੂੰ ਸ਼ਹੀਦ ਕੀਤਾ, ਅਸੀਂ ਜੰਗ ਕਰਕੇ ਬਦਲਾ ਲਵਾਂਗੇ, ਤੁਰਕਾਂ ਨੂੰ ਮਾਰਾਂਗੇ। ਇਸ ਤਰ੍ਹਾਂ ਆਪ ਜੀ ਬਾਰੇ ਕਹਿ ਰਹੇ ਆ। ਫਿਰ ਜੀ ਜਦੋਂ ਉਹਨਾਂ ਨੇ ਤੁਹਾਡੇ ਬਾਰੇ ਕਿਹਾ, ਅਸੀਂ ਉੱਥੋਂ ਉੱਠ ਕੇ ਆ ਗਏ ਆ, ਆਪਣੇ ਘੋੜਿਆਂ ਤੇ ਸਵਾਰ ਹੋ ਕੇ ਡੇਰਿਆਂ 'ਚ ਆ ਗਏ ਆ। ਬਾਅਦ ਵਿੱਚ ਸਾਥੋਂ ਬਾਅਦ ਇਹਨਾਂ ਨੇ ਫੌਜ ਵੱਡੀ ਬਣਾ ਲਈ ਆ। ਇਵੇਂ ਇਹ ਨਾ ਤੇ ਲੰਗਰ ਵਿੱਚ ਭੋਜਨ ਛਕਾਉਂਦੇ ਆ ਉਹਨਾਂ ਨੂੰ ਕਹਿੰਦੇ ਆ ਹਥਿਆਰ ਫੜੋ, ਯੁੱਧ ਨਾ ਪਿਆਰ ਕਰੋ। ਕਹਿੰਦੇ ਆ ਬਾਦਸ਼ਾਹ ਰਾਜੇ ਕੀ ਆ, ਇਹ ਸਾਰੇ ਤੁਹਾਨੂੰ ਮਾਲੀਆ ਭਰਿਆ ਕਰਨਗੇ, ਸਾਰੇ ਨੌਕਰ ਬਣਾ ਦੂੰਗਾ, ਵੀ ਮੈਂ ਤੁਹਾਨੂੰ ਉੱਚਾ ਚੁੱਕ ਦੂੰਗਾ। ਇਸ ਤਰ੍ਹਾਂ ਗੁਰੂ ਦੇ ਬਚਨ। ਤਾਂ ਉਦੋਂ ਫਿਰ ਔਰੰਗਜ਼ੇਬ ਸੁਣੀ ਗਿਆ। ਹੁਣ ਔਰੰਗਜ਼ੇਬ ਨੂੰ ਉਹਦੇ ਕੰਨ ਭਰੇ ਆ, ਕੁਝ ਗੱਲਾਂ ਵਿੱਚ ਆਪਦੇ ਕੋਲੋਂ ਜੋੜ ਕੇ ਕਹਿਤੀਆਂ, ਕੁਝ ਗੱਲਾਂ 'ਚ ਸੱਚਾਈ ਆ। ਜਦੋਂ ਮਹਾਰਾਜ ਕਹਿੰਦੇ ਅਸੀਂ ਅਕਾਲ ਪੁਰਖ ਤੋਂ ਬਿਨਾਂ ਕਿਸੇ ਤੋਂ ਨਹੀਂ ਡਰਦੇ, ਉਹ ਸੱਚ ਆ। ਜਿਹੜਾ ਇਸ ਤਰ੍ਹਾਂ ਰਾਜਨੀਤਿਕ ਕਿਸੇ ਰਾਜਿਆਂ ਤੋਂ ਡਰੀ ਜਾਵੇ, ਉਹ ਗੁਰੂ ਨਹੀਂ ਹੋ ਸਕਦਾ ਗੁਰਮੁਖੋ। ਉਹ ਕੋਈ ਆਮ ਆਪਣੇ ਵਰਗਾ ਸਧਾਰਨ ਬੰਦਾ ਹੋਵੇਗਾ। ਮਹਾਰਾਜ ਦਾ ਜਿਹੜਾ ਸਰੂਪ ਸੀਗਾ ਉਹ ਨਿਰਭਉ ਸੀਗੇ, ਤੇਰੇ ਸੇਵਕ ਕੋ ਭਉ ਕਿਛ ਨਾਹੀ। ਤਾਂ ਫਿਰ ਗੁਰੂ ਮਹਾਰਾਜ ਜੀ ਨੇ ਇਸ ਤਰ੍ਹਾਂ ਆਖਿਆ ਸੀਗਾ ਵੀ ਅਸੀਂ ਕਿਸੇ ਤੋਂ ਨਹੀਂ ਡਰਦੇ। ਇਹਨਾਂ ਨੇ ਫਿਰ ਉਹ ਗੱਲਾਂ ਸਾਰੀਆਂ ਜਾ ਕੇ ਕਹਿਤੀਆਂ ਔਰੰਗਜ਼ੇਬ ਨੂੰ, ਵਿੱਚੋਂ ਆਪਦੀਆਂ ਨਾਲ ਜੋੜ ਕੇ ਵੀ ਕਹਿਤੀਆਂ। ਆਪਾਂ ਨੂੰ ਪਤਾ ਵੀ ਕਦੋਂ ਆਪਾਂ ਸੁਨੇਹਾ ਆਪਾਂ ਨੂੰ ਕੋਈ ਦੇ ਦੇਵੇ, ਆਪਾਂ ਜਦੋਂ ਅੱਗੇ ਸੁਨੇਹਾ ਦੇਣਾ ਹੁੰਦਾ ਵੀ ਉਹੋ ਜਿਹਾ ਸੁਨੇਹਾ ਨਹੀਂ ਆਪਾਂ ਦਿੰਦੇ ਹੈਗੇ, ਆਪਾਂ ਗੱਲ ਵਿੱਚ ਜੋੜ ਦਿੰਦੇ ਹਾਂ ਆਪਦੇ ਕੋਲੋਂ। ਤੁਸੀਂ ਦੇਖਿਓ, ਇਹ ਤਜਰਬਾ ਕਰਕੇ ਦੇਖਿਓ ਆਪ। ਹੁਣ ਇਹ ਜਿਹੜੇ ਗੁਰੂ ਦੇ ਸਿੰਘ ਆ ਉਹ ਖੇਤਾਂ 'ਚ ਆ ਜਾਂਦੇ, ਸਾਡੀ ਖੇਤੀ ਉਜਾੜ ਦਿੰਦੇ ਆ। ਜਹਾਂ ਆਪਣਾ ਬਾਦਸ਼ਾਹ ਔਰੰਗਜ਼ੇਬ ਜੀ, ਜਦੋਂ ਅਸੀਂ ਇਹਨਾਂ ਨੂੰ ਰੋਕਦੇ ਆ ਨਾ, ਰੋਕਦੇ ਟੋਕਦੇ ਆ, ਫਿਰ ਇਹ ਸਾਨੂੰ ਅੱਗੋਂ ਮਾਰਨ ਪੈਂਦੇ ਆ। ਇਵੇਂ ਦੀਆਂ ਝੂਠੀਆਂ ਗੱਲਾਂ ਬਣਾ ਦਿੱਤੀਆਂ। ਹੁਣ ਮਹਾਰਾਜ ਜੀ ਦੇ ਜਿਹੜੇ ਸਿੱਖ ਸੀਗੇ, ਸਿੰਘ ਸੀਗੇ, ਉਹ ਜੰਗਲ ਵਿੱਚ ਸ਼ਿਕਾਰ ਖੇਡਣ ਜਾਂਦੇ ਸੀ। ਪਹਾੜੀ ਰਾਜੇ ਜਿਹੜੇ ਸੀਗੇ, ਜਦੋਂ ਰਣਜੀਤ ਨਗਾਰਾ ਵੱਜਦਾ ਸੀ ਨਾ, ਕੰਬਦੇ ਸੀਗੇ। ਇਹਨਾਂ ਨੂੰ ਡਰ ਸੀਗਾ ਵੀ ਸਾਡਾ ਰਾਜ ਭਾਗ ਗੁਰੂ ਖੋਹ ਨਾ ਲਵੇ ਕਿੱਧਰੇ।
ਇਸ ਤਰ੍ਹਾਂ ਭਾਵੇਂ ਫਿਰ ਔਰੰਗਜ਼ੇਬ ਕੋਲ ਗੱਲਾਂ ਹੀ ਕਰੀ ਗਏ, ਇਵੇਂ ਕੰਨ ਭਰਦੇ ਆ। ਰਾਜੇ ਜਿਹੜੇ ਹੁੰਦੇ ਆ ਨਾ, ਰਾਜੇ ਕੰਨਾਂ ਦੇ ਕੱਚੇ ਬਹੁਤ ਹੁੰਦੇ ਆ। ਇਹ ਆਪ ਦਿਮਾਗ ਨਾਲ ਫੈਸਲਾ ਨਹੀਂ ਕਰਦੇ ਹੁੰਦੇ, ਇਹ ਵਜ਼ੀਰਾਂ ਦੇ ਸਹਾਰੇ ਜਿਹੜੇ ਵਜ਼ੀਰ ਹੁੰਦੇ ਆ ਜਿਵੇਂ ਕਹਿ ਦੇਣ ਉਵੇਂ ਹੀ ਕਰੀ ਜਾਂਦੇ ਹੁੰਦੇ। ਫਿਰ ਇਹ ਤਾਂ ਗੁਰਮੁਖੋ ਉਸ ਤੋਂ ਬਾਅਦ ਕੀ ਹੋਇਆ, ਤੇ ਕਹਿੰਦੇ ਹਮ ਬਹੁ ਸ਼ਿਮਾ ਕਰਤ ਹੀ ਹਰੇ, ਕਹਿੰਦੇ ਅਸੀਂ ਮਾਫ ਕੀਤਾ ਇਹਨਾਂ ਨੂੰ, ਸਿੰਘਾਂ ਨੂੰ, ਪਰ ਹਟਦੇ ਨਹੀਂ। ਜਦੋਂ ਜੀ ਕਰਦਾ ਉਦੋਂ ਆ ਜਾਂਦੇ ਆ। ਦਿੱਲੀ ਵਿੱਚ ਆ ਕੇ ਅਸੀਂ ਕਿਹਾ ਵੀ ਤੁਹਾਡੇ ਪਾਸ ਖਬਰ ਭੇਜੀਏ। ਉਦੋਂ ਫਿਰ 2 ਉਮਰਾਵ ਜਦੋਂ ਚੜ੍ਹਾਈ ਕਰਕੇ ਗਏ ਸੀ ਨਾ, 10,000 ਲਸ਼ਕਰ ਉਹਨਾਂ ਦੇ ਨਾਲ ਲਿਆ ਕੇ ਸੈਨਾ ਭੇਜ ਕੇ ਤੁਸੀਂ ਸਾਡੇ ਤੇ ਪਰਉਪਕਾਰ ਕੀਤਾ ਸੀਗਾ। ਉਸ ਸਮੇਂ ਪੈਂਦੇ ਖਾਨ ਦਾ ਸਤਿਗੁਰੂ ਨਾਲ ਯੁੱਧ ਹੋਇਆ। ਯੁੱਧ ਵਿੱਚ ਪੈਂਦੇ ਖਾਨ ਨੇ 2 ਤੀਰ ਛੱਡੇ ਆ, ਪਰ ਖਾਨ ਦੇ ਦੋਵੇਂ ਤੀਰ ਨੇਫਲ ਜੇ ਗਏ ਆ। ਗੁਰੂ ਨੇ 1 ਤੀਰ ਮਾਰਿਆ ਤੇ ਉਹਦਾ ਘੋੜਾ ਉਲਟਾਤਾ ਜੀ। ਗੁਰ ਇੱਕ ਮਾਰਿਓ ਹਈਏ ਉਥਲੇ, ਨਿਫਲ ਖਾਨ ਕੋ ਸਰ ਦਵੈ ਗਏ। ਗੁਰ ਇੱਕ ਮਾਰਿਓ ਹੈ ਉਲ ਲਏ, ਸਹਿਬ ਸੰਗ ਸਿਰ ਕਾਟ ਉਤਾਰਾ। ਫਿਰ ਤਲਵਾਰ ਦੇ ਨਾਲ ਉਹਨਾਂ ਨੇ ਨਾ, ਤੇ ਗੁਰੂ ਸਾਹਿਬ ਜੀ ਦੀ ਸ਼ਮਸ਼ੀਰ ਬਾਰੇ ਦੱਸਦੇ ਆ ਵੀ ਔਰੰਗਜ਼ੇਬ ਜੀ ਉਹਦਾ ਸਿਰ ਕੱਟਤਾ। ਦੀਨ ਬੇਗ ਵੀ ਜ਼ਖਮੀ ਹੋ ਗਿਆ। ਖਿਦਰਾਬਾਦ ਪਿੰਡ ਤੱਕ ਸਿੰਘ ਸਾਡੇ ਪਿੱਛੇ ਪਿੱਛੇ ਭੱਜੇ ਆ, ਮਾਰ ਮਾਰ ਕੇ ਪਠਾਨ ਉਹਨਾਂ ਨੇ ਭਜਾਤੇ ਆ। ਜੇ ਬਾਦਸ਼ਾਹ ਦਾ ਲਸ਼ਕਰ ਹੀ ਭੱਜ ਜਾਵੇ ਤਾਂ ਸਿੰਘਾਂ ਦਾ ਦਲ ਉਹਨਾਂ ਦੇ ਪਿੱਛੇ ਦੌੜੇ। ਦੇਖੋ ਫਿਰ ਰਾਜਿਆਂ ਦੀ ਗਿਣਤੀ ਕਿੱਥੇ ਆ ਜੀ, ਅਸੀਂ ਕਿਵੇਂ ਉਹਨਾਂ ਨਾਲ ਇਕੱਲੇ ਲੜ ਸਕਦੇ ਹਾਂ। ਲੁੱਟ ਕੁੱਟ ਕੇ ਮਾਰੋ ਮਾਰ ਮਚਾਈ ਪਈ ਆ, ਸਾਰੇ ਪਹਾੜੀ ਰਾਜੇ ਇਕੱਠੇ ਕੀਤੇ ਆ। ਮੈਂ ਫਿਰ ਭੀਮ ਚੰਦ ਕਹਿਣ ਲੱਗਾ ਵੀ ਭੋਲੀ ਮੱਤ ਵਾਲਿਓ, ਦਲ ਵੱਧ ਤੋਂ ਨਿਤ ਸਿੰਘਣ ਘੇਰਾ। ਵੀ ਸਿੰਘ ਜਿਹੜੇ ਆ ਭਾਈ ਨੈਤੀ, ਇਹ ਤਾਂ ਵਧੀ ਜਾਂਦੇ ਆ। ਇਹਨਾਂ ਦਾ ਇਰਾਦਾ ਪਤਾ ਨਹੀਂ ਕੀ ਆ, ਰਾਜ ਲੈਣ ਦੀ ਇੱਛਾ ਤਾਂ ਨਹੀਂ ਕਿਤੇ, ਰਾਜ ਲੈਣ ਕੀ ਉਰਮੈ ਇੱਛਾ, ਵੀ ਇਹ ਤਾਂ ਰਾਜ ਲੈ ਲੈਣਗੇ ਆਪਣਾ, ਵੀ ਆਪਾਂ ਸੁੱਤੇ ਪਏ ਰਹਿ ਜਾਵਾਂਗੇ, ਇਹਨਾਂ ਨਾਲ ਮੁਕਾਬਲਾ ਕਰੀਏ, ਵੀ ਇਹਨਾਂ ਦਾ ਪਿੱਛਾ ਕਿਉਂ ਨਹੀਂ ਕਰਦੇ ਆਪਾਂ। ਫਿਰ ਇਹਨਾਂ ਦੀ ਮੈਂ ਮੀਟਿੰਗ ਕੀਤੀ, ਇਹਨਾਂ ਨੂੰ ਬੁਲਾਇਆ ਇੱਥੇ। 22 ਧਾਰ ਦੇ ਰਾਜੇ ਸੈਨਾ ਇਕੱਠੀ ਕੀਤੀ। 22 ਧਾਰਨ ਕੀ ਠਕਰਾਈ, ਕੀਨ ਇਕੱਤਰ ਚਮੂ ਸਮਦਾਈ। ਆਨੰਦਪੁਰ ਆ ਕੇ ਵੱਡਾ ਯੁੱਧ ਕੀਤਾ ਕੇਸਰੀ ਚੰਦ ਦਾ ਉੱਥੇ, ਤੇ ਆਣ ਆਨੰਦਪੁਰ ਰਣ ਵੱਢ ਕਰਿਓ। ਕੇਸਰੀ ਚੰਦ ਸੂਰਬੀਰ ਸਾਡਾ ਉੱਥੇ ਮਾਰਿਆ ਗਿਆ। ਜ਼ਖਮੀਆਂ ਦੀ ਤਾਂ ਕੋਈ ਗਿਣਤੀ ਨਹੀਂ ਜਹਾਂ ਪਨਾ। ਔਰੰਗਜ਼ੇਬ ਹਜ਼ਾਰਾਂ ਹੀ ਰਣ ਖੇਤਰ ਵਿੱਚ ਮਾਰੇ ਗਏ। ਪਹਾੜੀ ਰਾਜਿਆਂ ਦੀ ਵੱਡੀ ਮੁਹਿੰਮ ਚੜ੍ਹੀ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਜਿੱਤ ਨਹੀਂ ਸਕੇ। ਅਸੀਂ ਕਈ ਦਿਨ ਲੜਦੇ ਰਹੇ, ਪੈਸਾ ਵੀ ਖਰਚਿਆ ਗਿਆ। ਜਦੋਂ ਹਾਰ ਗਏ ਤਾਂ ਗਊ ਦੀ ਕਸਮ ਦਿੱਤੀ ਆ, ਗਾਂ ਦੀ ਕਸਮ ਦੇ ਦਿੱਤੀ ਆ, ਤੇ ਗੁਰੂ ਜੀ ਨਗਾਰਾ ਵਜਾ ਕੇ ਬਾਹਰ ਆਏ ਆ। ਯੁੱਧ ਕੀਤਾ, ਸਾਰਿਆਂ ਨੇ ਮਿਲ ਕੇ ਘੇਰ ਲਿਆ। ਜਦੋਂ ਆਪ ਜੀ ਨੂੰ ਪਹੁੰਚਣ ਵਾਸਤੇ ਲਿਖਿਆ, ਸਰਹੰਦ ਦੇ ਸੂਬੇ ਨੇ ਚੜ੍ਹਾਈ ਕੀਤੀ ਆ, ਵੱਡੀ ਸੈਨਾ ਵੀ ਸੀ। ਗੁਰੂ ਮਹਾਰਾਜ ਜੀ ਤੇ ਯੁੱਧ ਵੀ ਕੀਤਾ ਸੀ ਇਹਨਾਂ ਨੇ ਗੁਰਮੁਖੋ। ਫਿਰ ਕਹਿੰਦੇ ਹੌਲੀ ਹੌਲੀ ਸਤਲੁਜ ਦੇ ਪਾਰ ਚਲੇ ਗਏ ਆ, ਉੱਥੇ ਵੀ ਜਾ ਕੇ ਟਿਕ ਗਏ ਆ। ਕਈ ਦਿਨ ਬੀਤ ਗਏ ਆ, ਤੇ ਅਚਾਨਕ ਤੁਰੰਤ ਚੜ੍ਹਾਈ ਕਰਕੇ ਤੇ ਫਿਰ ਉੱਥੇ ਕਲਮੋਟ ਨਾਮ ਦਾ ਪਿੰਡ ਸੀਗਾ, ਉੱਥੇ ਚਲੇ ਗਏ। ਫਿਰ ਦੁਆਰਾ ਆਨੰਦਪੁਰ ਆ ਗਏ ਆ। ਕੀ ਕਰੀਏ, ਬਹੁ 1.25 ਲੱਖ ਸੈਨਾ ਸੰਗ, ਦਿਵਸ ਅਲਪ ਪੇ ਮਾਚਿਓ ਜੰਗ। 2 ਉਮਰਾਵ ਉਹਨਾਂ ਦੇ ਪੰਥ 'ਚ ਚਲੇ ਗਏ ਆ। ਇੱਕ ਭੇਜਿਆ ਹੋਇਆ ਉਮਰਾਵ ਵਜ਼ੀਰ ਗੁਰੂ ਨਾਲ ਮਿਲ ਗਿਆ, ਸੈਦਾ ਬੇਗ ਉਹਨਾਂ ਦੇ ਕੋਲ ਰਹਿੰਦਾ। 1.25 ਲੱਖ ਸੈਨਾ ਦੇ ਨਾਲ ਥੋੜ੍ਹੇ ਦਿਨ ਰਹਿੰਦਿਆਂ ਜੰਗ ਮਚਿਆ ਸ਼ਾਹੀ ਫੌਜ ਦੇ ਵਿੱਚ, ਤੇ ਫਿਰ ਗੁਰੂ ਜੀ ਆਪ ਰਣ ਖੇਤਰ 'ਚ ਆਏ ਆ। ਸੈਦ ਖਾਨ ਉਹਨਾਂ ਨੂੰ ਦੇਖ ਕੇ ਦੁਖੀ ਹੋ ਗਿਆ, ਸ਼ਸਤਰ ਛੱਡ ਕੇ ਗੁਰੂ ਦੇ ਪਤਾ ਨਹੀਂ ਪੈਰਾਂ ਤੇ ਕਿਉਂ ਚਰਨਾਂ ਤੇ ਢਹਿ ਪਿਆ। ਫਿਰ ਉੱਥੋਂ ਨਿਕਲ ਕੇ ਜੰਗਲ ਨੂੰ ਹੋ ਗਿਆ। ਹਾਹਾਕਾਰ ਜੀ ਮਚ ਗਈ ਆ ਜੀ ਜੰਗ ਦੇ ਮੈਦਾਨ ਵਿੱਚ। ਉੱਥੇ ਰਮਜ਼ਾਨ ਖਾਂ ਵੀ ਸਾਡਾ ਬੰਦਾ ਮਾਰਿਆ ਗਿਆ। ਲਸ਼ਕਰ ਹਟ ਕੇ ਉਰਾਂ ਆ ਗਿਆ, ਸਿੰਘ ਲਟੇਰੇ ਬਣ ਬਣ ਲੁੱਟਦੇ ਆ। ਹਜ਼ਾਰਾਂ ਤੁਰਕ ਮਰ ਗਏ ਆ ਜੀ। ਗੁਰੂ ਗੋਬਿੰਦ ਸਿੰਘ ਬਹੁਤ ਬਲਵਾਨ ਆ, ਅਸੀਂ ਦੁਖੀ ਆ, ਪੁਕਾਰ ਕਰਦੇ ਆ ਜੀ ਬਚਾਲੋ ਸਾਨੂੰ। ਨਾਸ਼ ਹਜ਼ਾਰੋਂ ਕੋ ਕਰ ਦੀਨ, ਸ਼੍ਰੀ ਗੋਬਿੰਦ ਸਿੰਘ ਇਮ ਬਲ ਪੀਨ। ਹਮ ਹੋਏ ਦੁਖੀ ਪੁਕਾਰੀ ਆਏ, ਹਤੋ ਗਹੋ ਦਲ ਪਟ ਸਮੁਦਾਏ। ਅਸੀਂ ਨਾ ਬਹੁਤ ਦੁਖੀ ਆ, ਗੁਰੂ ਗੋਬਿੰਦ ਸਿੰਘ ਨੇ ਸਾਡੀ ਵੱਡੀ ਫੌਜ ਮਾਰ ਦਿੱਤੀ ਆ, ਤੁਹਾਡਾ ਵੀ ਬੜਾ ਨੁਕਸਾਨ ਕੀਤਾ ਜੀ। ਕਿਰਪਾ ਕਰਕੇ ਸਾਨੂੰ ਗੁਰੂ ਤੋਂ ਬਚਾ ਲਓ, ਸ਼ਰਨ ਪਿਆਂ ਦੀ ਲਾਜ ਰੱਖੋ ਜਹਾਂ ਪਨਾ।
ਤਾਂ ਇਵੇਂ ਜਿਹੜੇ ਪਹਾੜੀ ਰਾਜੇ ਸੀਗੇ ਗੁਰੂ ਪਿਆਰਿਓ, ਉਹਨਾਂ ਨੇ ਇੱਕ ਔਰੰਗਜ਼ੇਬ ਦੇ ਅੱਗੇ ਫਰਿਆਦ ਕੀਤੀ ਸੀ, ਆ ਕੇ ਮਿੰਨਤਾਂ ਕੱਢੀਆਂ ਵੀ ਸਾਡੀ ਮਦਦ ਕਰੋ, ਆਨੰਦਪੁਰ ਨੂੰ ਘੇਰਾ ਪਾਈਏ ਆਪਾਂ। ਤਾਂ ਇਹ ਮੁਗਲਾਂ ਦੀਆਂ ਜਿਹੜੀਆਂ ਸਾਜ਼ਿਸ਼ਾਂ ਚੱਲਦੀਆਂ ਰਹੀਆਂ। ਗੁਰਮੁਖੋ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਉਦੇਸ਼ ਕੋਈ ਇਲਾਕੇ ਮੱਲਣਾ ਨਹੀਂ ਸੀਗਾ, ਕੋਈ ਜਗ੍ਹਾ 'ਤੇ ਕਬਜ਼ਾ ਕਰਨਾ ਨਹੀਂ ਸੀ। ਮਹਾਰਾਜ ਨੇ ਜਰ ਜੋਰੂ ਜ਼ਮੀਨ, ਇਹਨਾਂ ਦੀ ਖਾਤਰ ਕਦੇ ਵੀ ਮਹਾਰਾਜ ਜੀ ਨੇ, ਗੁਰਮੁਖੋ, ਕਦੇ ਵੀ ਮਹਾਰਾਜ ਜੀ ਨੇ ਪੈਸਾ, ਇਸਤਰੀ, ਦੌਲਤ, ਜਗ੍ਹਾ, ਜ਼ਮੀਨ ਜਾਇਦਾਦ, ਇਹਦੀ ਖਾਤਰ ਗੁਰੂ ਸਾਹਿਬ ਨੇ ਇੱਕ ਵੀ ਜੰਗ ਨਹੀਂ ਕੀਤੀ। 10ਵੇਂ ਪਾਤਸ਼ਾਹ ਜੀ ਨੇ ਇੱਕ ਵੀ, ਇਤਿਹਾਸ ਗਵਾਹ ਇਹ ਗੱਲਾਂ ਦਾ। 14 ਮਹਾਰਾਜ ਜੀ ਦੀਆਂ ਜੰਗਾਂ ਨੇ, 14 ਜੰਗਾਂ ਵਿੱਚ ਕੋਈ ਕਾਰਨ ਇਸਤਰੀ ਨਹੀਂ ਹੈਗੀ। ਨਹੀਂ, ਦੁਨੀਆ ਤੇ ਬਹੁਤ ਵੱਡੇ ਵੱਡੇ ਯੁੱਧ ਹੋ ਗਏ, ਇਸਤਰੀਆਂ ਦੀਆਂ ਜੰਗਾਂ ਹੁੰਦੀਆਂ, ਇਸਤਰੀਆਂ ਕਰਕੇ ਯੁੱਧ ਹੁੰਦੇ ਆ, ਪਰ ਮਹਾਰਾਜ ਜੀ ਨੇ ਇਸਤਰੀ ਦੀ ਖਾਤਰ ਕੋਈ ਯੁੱਧ ਨਹੀਂ ਕੀਤਾ, ਜ਼ਮੀਨ ਦੀ ਖਾਤਰ ਕੋਈ ਯੁੱਧ ਨਹੀਂ ਕੀਤਾ। ਆਪਾਂ ਵੇਖਦੇ ਹਾਂ ਲੋਕ ਪੈਲੀਆਂ ਪਿੱਛੇ ਲੜੀ ਜਾਂਦੇ ਆ, ਵੱਟ ਪਿੱਛੇ ਕਤਲ ਕਰ ਦਿੰਦੇ ਆ। ਉਹ ਮਹਾਰਾਜ ਜੀ ਦੀ ਸਾਰੀ ਧਰਤੀ ਹੋਈ ਗੁਰੂ ਦੀ ਆ, ਸਾਰੀ ਧਰਤੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹੋਈ ਆ, ਫਿਰ ਉਹ ਕਿਸ ਤਰ੍ਹਾਂ ਇੱਦਾਂ ਕਰ ਸਕਦੇ ਆ? ਤਾਂ ਉਹਨਾਂ ਨੇ ਕੋਈ ਜ਼ਮੀਨ ਦੀ ਖਾਤਰ ਮਹਾਰਾਜ ਜੀ ਨੇ ਯੁੱਧ ਨਹੀਂ ਕੀਤਾ। ਇਹ ਵੀ ਮਨ ਵਿੱਚੋਂ ਕਈਆਂ ਦੇ ਭੁਲੇਖਾ ਹੈ। ਧਨ ਦੀ ਖਾਤਰ ਮਹਾਰਾਜ ਨੇ ਕਦੇ ਕੋਈ ਯੁੱਧ ਨਹੀਂ ਕੀਤਾ, ਜੰਗ ਨਹੀਂ ਕੀਤੀ। ਗੁਰੂ ਨੇ ਸਿਰਫ ਇੱਕ ਐਸਾ ਮਨੁੱਖ ਤਿਆਰ ਕਰਨਾ ਸੀ ਜਿਹੜਾ ਸੰਪੂਰਨ ਹੋਵੇ। ਉਹਦਾ ਸਿੱਖੀ ਤੋਂ ਸਿੰਘ ਤੱਕ, ਸਿੰਘ ਤੋਂ ਖਾਲਸੇ ਤੱਕ ਸਫ਼ਰ ਅੱਗੇ ਚੱਲਦਾ ਰਿਹਾ। ਆਪਾਂ ਵੀ ਜਾਣਦੇ ਹਾਂ ਸਿੱਖੀ ਦਾ ਸਰੂਪ ਸਿੰਘ, ਸਿੰਘ ਤੋਂ ਖਾਲਸਾ, ਇਹ ਸ਼ਬਦ ਜਿਹੜਾ ਪ੍ਰਚਲਿਤ ਹੋਇਆ। ਤਾਂ ਮੈਂ ਆਪ ਜੀ ਨੂੰ ਗੁਰੂ ਪਿਆਰਿਓ ਕਹਿਣਾ ਵੀ ਅੱਜ ਸਾਡੀ ਕੌਮ ਕਿੱਧਰ ਨੂੰ ਜਾ ਰਹੀ ਹੈ। ਮਹਾਰਾਜ ਨੇ ਏਡੀਆਂ ਸ਼ਹਾਦਤਾਂ ਦੇ ਕੇ, ਸਿੰਘਾਂ ਨੇ ਏਡਾ ਦੁੱਖ ਝੱਲ ਕੇ, ਦੇਖੋ ਇਹ 5 ਕੱਕੇ ਸਾਨੂੰ ਬਖਸ਼ੇ ਮਹਾਰਾਜ ਨੇ। ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਾ ਹੈ। ਗੁਰੂ ਸਾਹਿਬ ਨੇ ਕਿੱਡੀਆਂ ਭਾਵ ਕੁਰਬਾਨੀਆਂ ਮਹਾਰਾਜ ਜੀ ਨੇ ਕੀਤੀਆਂ। ਸਾਰਾ ਪਰਿਵਾਰ ਹੀ ਵਾਰ ਦਿੱਤਾ, ਸਾਰਾ ਪਰਿਵਾਰ ਹੀ ਵਾਰ ਦਿੱਤਾ। ਅਸੀਂ ਕਿੱਧਰ ਨੂੰ ਜਾ ਰਹੇ ਹਾਂ ਗੁਰਮੁਖੋ? ਥੋੜ੍ਹਾ ਬਹੁਤਾ ਆਪਾਂ ਨੂੰ ਸੋਚਣਾ ਚਾਹੀਦਾ ਇਹਨਾਂ ਗੱਲਾਂ ਨੂੰ। ਫਿਰ ਭੀਮ ਚੰਦ ਜਿਹੜਾ ਸੀ ਨਾ, ਤੇ ਉਹ ਹੱਥ ਜੋੜ ਕੇ ਨਾ ਉੱਥੇ ਔਰੰਗਜ਼ੇਬ ਦੇ ਅੱਗੇ ਹੱਥ ਜੋੜ ਕੇ ਖੜ ਗਿਆ। ਮਿੰਨਤਾਂ ਤਰਲੇ ਬਹੁਤ ਕੁਝ ਕੀਤਾ, ਬਹੁਤ ਕੁਝ। ਕਹਿੰਦਾ ਜੀ ਤੁਸੀਂ ਸਾਡੇ ਮਾਲਕ ਹੋ, ਸਾਡੀ ਪਾਲਣਾ ਕਰਨ ਵਾਲੇ ਹੋ, ਤੇ ਕਿਰਪਾ ਕਰੋ ਸਾਡੇ ਤੇ, ਸਾਡੀ ਮਦਦ ਕਰੋ ਜੀ, ਵੀ ਤੁਹਾਡੇ ਬਿਨਾਂ ਸਾਡਾ ਕੰਮ ਨਹੀਂ ਚੱਲਣਾ। ਰਾਜ ਅਕਾਰਤ ਹਮਰੋ ਕਰਿਓ। ਗੁਰੂ ਨੇ ਸਾਡਾ ਸਾਰਾ ਰਾਜ ਹੀ ਅਕਾਰਤ ਕਰ ਦਿੱਤਾ। ਉਹ ਲੁੱਟ ਕੁੱਟ ਤੋਂ ਬਿਨਾਂ ਗੁਰੂ ਨੂੰ ਕੋਈ ਕੰਮ ਆਉਂਦਾ ਹੀ ਨਹੀਂ ਹੈਗਾ। ਭੀਮ ਚੰਦ ਇਵੇਂ ਅੱਖਾਂ 'ਚ ਨਾ ਉਹ ਮਗਰਮੱਛ ਵਾਲੇ ਹੰਝੂ ਹੁੰਦੇ ਆ ਨਾ, ਆਪਾਂ ਦੇਖਿਆ ਵੀ ਮਗਰਮੱਛ ਦੇ ਹੰਝੂ ਜਿਹੜੇ ਅਸਲ ਨਹੀਂ ਹੁੰਦੇ, ਉਹ ਭੁਲੇਖਾ ਖਾਣ, ਮਤਾ ਕੋਈ ਭੁਲੇਖਾ ਖਾ ਜਿਓ। ਇਹੋ ਜਿਹੇ ਕਈ ਜਾਣ ਬੁੱਝ ਕੇ ਰੋਣ ਨੂੰ ਕਈਆਂ ਨੇ ਹਥਿਆਰ ਬਣਾਇਆ ਦੁਨੀਆ ਵਿੱਚ, ਵੀ ਰੋ ਕੇ ਦਿਖਾ ਦਿਓ। ਕਈ ਐਸੇ ਵੀ ਹੈਗੇ ਆ। ਤਾਂ ਆਪਾਂ ਵੇਖਦੇ ਹਾਂ ਸਾਰਾ ਕੁਝ ਹੁੰਦਾ ਰਿਹਾ ਵੀ ਸਾਡਾ ਤਾਂ ਕਾਰਜ ਤੁਹਾਡੇ ਤੋਂ ਬਿਨਾਂ ਜਹਾਂ ਪਨਾਹ ਹੋਣਾ ਹੀ ਨਹੀਂ ਹੈਗਾ। ਇਹ ਆਨੰਦਪੁਰ ਨੂੰ ਘੇਰਾ ਪਾਉਣ ਦੀ ਸਾਨੂੰ ਫੌਜ ਚਾਹੀਦੀ ਆ। ਮਕਸਦ ਉਹਦਾ ਇਹ ਸੀ, ਕਿਉਂਕਿ ਗੁਰੂ ਗੋਬਿੰਦ ਸਿੰਘ ਨੂੰ ਇਹ ਭੀਮ ਚੰਦ ਵਿੱਚ ਹਿੰਮਤ ਹੀ ਨਹੀਂ ਸੀਗੀ ਮਹਾਰਾਜ ਜੀ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖ ਲਵੇ। ਗੁਰੂ ਸਾਹਿਬ ਜੀ ਸ਼ਹਿਨਸ਼ਾਹ ਨੇ। ਭੀਮ ਚੰਦ ਇੱਕ ਸਿਰਫ ਰਾਜਾ ਹੈ ਛੋਟੀ ਜੀ ਰਿਆਸਤ ਦਾ, ਜੋ ਗੁਰੂ ਸਾਹਮਣੇ ਤੁੱਛ ਹੈ ਬਿਲਕੁਲ। ਤਾਂ ਮੈਂ ਆਪ ਜੀ ਨੂੰ ਇਹ ਬੇਨਤੀਆਂ ਕਰਦਾ, ਦੇਖੋ ਭਾਈ ਕਿੰਨੀਆਂ ਸਾਜ਼ਿਸ਼ਾਂ ਖਾਲਸੇ 'ਤੇ ਹੁੰਦੀਆਂ ਰਹੀਆਂ। ਖਾਲਸੇ ਨੂੰ ਮਿਟਾਉਣ ਵਾਲੇ ਮਿਟ ਗਏ, ਪਰ ਖਾਲਸਾ ਕਦੇ ਨਹੀਂ ਮਿਟ ਸਕਦਾ। ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ, ਖਾਲਸਾ ਅਕਾਲ ਪੁਰਖ ਕੀ ਫੌਜ। ਗੁਰੂ ਪਿਆਰਿਓ, ਇਹ ਜਿਹੜੀ ਫੌਜ ਆ ਨਾ, ਇਹ ਖਾਲਸੇ ਦੀ ਆ, ਇਹ ਕਦੇ ਮਿਟੇਗੀ ਨਹੀਂ ਜੀ। ਤਾਂ ਇਹ ਮਹਾਰਾਜ ਜੀ ਨੇ ਭਾਈ ਬਹੁਤ ਇੱਥੇ ਸਿੰਘਾਂ ਦਾ, ਸ਼ਹੀਦਾਂ ਦਾ, ਧਰਤੀ 'ਤੇ ਖੂਨ ਡੋਲਿਆ ਹੋਇਆ। ਪੰਜਾਬ ਗੁਰੂਆਂ ਪੀਰਾਂ ਸ਼ਹੀਦਾਂ ਦੀ ਧਰਤੀ ਆ, ਸਿੰਘਾਂ ਦੀ ਧਰਤੀ ਆ ਭਾਈ। ਤਾਂ ਇਹਦੇ ਵਿੱਚ ਏਡੀਆਂ ਬਰਕਤਾਂ। ਭੁੱਖੇ ਜਿਹੜੇ ਆ ਗੁਰਦੁਆਰਾ ਸਾਹਿਬ ਤੋਂ ਲੰਗਰ ਛਕਦੇ, ਜਿਹੜਾ ਬਾਬੇ ਨਾਨਕ ਨੇ 20 ਰੁਪਈਆਂ ਦਾ ਲਾਇਆ ਸੀਗਾ। ਦੂਰੋਂ ਨਿਸ਼ਾਨ ਸਾਹਿਬ ਦੇਖ ਕੇ ਨਾ ਤੇ ਜਾਨ 'ਚ ਜਾਨ ਪੈ ਜਾਂਦੀ ਆ ਭੁੱਖੇ ਬੰਦੇ ਦੇ। ਨਿਸ਼ਾਨ ਸਾਹਿਬ ਦੇ ਜੋ ਦਰਸ਼ਨ ਹੁੰਦੇ ਆ ਨਾ ਮਹਾਰਾਜ ਜੀ ਦੇ, ਕਿਸੇ ਨਗਰ ਵਿੱਚ ਹੋਵੇ ਚੜ੍ਹਦੀ ਕਲਾ ਵਾਲਾ ਸਥਾਨ, ਤੇ ਜਾਨ 'ਚ ਜਾਨ ਪੈ ਜਾਂਦੀ ਆ।
ਵੀ ਉਹ ਗੁਰਦੁਆਰਾ ਸਾਹਿਬ ਉੱਥੇ ਜ਼ਰੂਰ ਕੁਝ ਨਾ ਕੁਝ ਪ੍ਰਸ਼ਾਦਾ ਜਲ ਪਾਣੀ ਸਾਨੂੰ ਛਕਾਉਣਗੇ। ਤਾਂ ਭਾਵ ਏਡਾ ਸਿੱਖ ਕੌਮ ਦਾ ਨਾਮ ਮਹਾਰਾਜ ਜੀ ਨੇ ਉੱਚਾ ਕੀਤਾ। ਤਾਂ ਅੱਜ ਅਸੀਂ ਆਪਦੇ ਬੱਚਿਆਂ ਦੇ ਨਾਮ ਪਿੱਛੇ ਸਿੰਘ ਜਾਂ ਕੌਰ ਵੀ ਨਹੀਂ ਲਾ ਰਹੇ। ਬਹੁਤ ਬੱਚੇ ਜਿਹੜੇ ਆ ਇਹ ਗੋਤ ਜਿਹੜੇ ਹੁੰਦੇ ਆ, ਗਿੱਲ, ਸਿੱਧੂ, ਬਰਾੜ, ਜੋ ਵੀ ਹੈ, ਸ਼ੇਰ ਗਿੱਲ, ਕੋਈ ਵੀ ਗੋਤ ਆ, ਢਾਲੀਵਾਲ, ਕੋਈ ਵੀ ਗੋਤ ਆ, ਕਈ ਤਰ੍ਹਾਂ ਦੇ ਸਾਰੇ ਆਪਾਂ ਲਾਈ ਜਾਂਦੇ। ਅਸਲੀ ਚੀਜ਼ ਆਪਾਂ ਮਹਾਰਾਜ ਨੇ ਜਿਹੜਾ ਲਾਡਾਂ ਨਾਲ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ, ਉਹ ਮਹਾਰਾਜ ਜੀ ਨੇ ਲਾਡਾਂ ਨਾਲ ਸਾਡਾ ਨਾਮ ਰੱਖਿਆ ਸੀਗਾ, ਸਿੰਘ ਤੇ ਕੌਰ, ਉਹ ਆਪਾਂ ਲਾਉਂਦੇ ਹੀ ਨਹੀਂ ਹੈਗੇ। ਬਹੁਤ ਇਹੋ ਜਿਹੀਆਂ ਚੀਜ਼ਾਂ ਗੁਰਮੁਖੋ ਜਿਹੜੀਆਂ ਜ਼ਿੰਦਗੀ ਦੇ ਵਿੱਚ ਸਾਨੂੰ ਸੋਚਣ ਦੀ ਲੋੜ ਆ। ਭਾਈ ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ। ਇਤਿਹਾਸ ਗਵਾਹ ਮਹਾਰਾਜ ਜੀ ਦੇ ਖਿਲਾਫ ਉਹ ਰਾਜਿਆਂ ਨੇ ਹੀ ਬਗਾਵਤ ਕੀਤੀ। ਉਹਨਾਂ ਨੇ ਔਰੰਗਜ਼ੇਬ ਦੇ ਕੰਨ ਭਰੇ ਜਿਨ੍ਹਾਂ ਦੇ ਦਾਦੇ ਪੜਦਾਦਿਆਂ ਨੂੰ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾ ਕੇ ਲਿਆਏ ਸੀਗੇ। ਤਾਂ ਭਾਈ ਹੋਇਆ ਭਾਵੇਂ ਹੁਕਮ 'ਚ ਹੀ ਆ, ਜੋ ਹੁੰਦਾ ਹੁਕਮ 'ਚ ਹੀ ਹੁੰਦਾ, ਪਰ ਇਸ ਤਰ੍ਹਾਂ ਭਾਵ ਕਿ ਇਹ ਵਧੀਕੀਆਂ ਪਹਿਲਾਂ ਤੋਂ ਹੀ ਸਾਡੇ ਨਾਲ ਹੁੰਦੀਆਂ ਆ ਰਹੀਆਂ। ਇਹ ਤਾਂ ਜਦੋਂ ਦਾ ਦਿਨ ਆ ਉਦੋਂ ਦੀ ਰਾਤ ਆ, ਜਦੋਂ ਦੀ ਪੁੰਨਿਆ ਉਦੋਂ ਦੀ ਮੱਸਿਆ, ਸਾਰਾ ਕੁਝ ਵਿੱਚ ਹੀ ਚੱਲੀ ਜਾਂਦਾ। ਤਾਂ ਮੈਂ ਆਪ ਜੀ ਨੂੰ ਬੇਨਤੀਆਂ ਕਰਾਂਗਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨੋ ਭਾਈ, ਗੁਰੂ ਸਾਹਿਬ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆਪ ਜੀ ਨੇ ਬੜੇ ਹੀ ਪ੍ਰੇਮ ਨਾਲ ਇਹ ਜੋ ਪ੍ਰਸੰਗ ਸੀਗਾ, ਭਾਈ ਕਵੀ ਸੰਤੋਖ ਸਿੰਘ ਜੀ, ਤਾਂ ਇਹਨਾਂ ਦੀ ਰਚਨਾ ਹੈ ਸੂਰਜ ਪ੍ਰਕਾਸ਼ ਗ੍ਰੰਥ। ਤਾਂ ਭਾਈ ਇਹਦੇ ਵਿੱਚੋਂ ਮੈਂ ਕਥਾ ਵਿਚਾਰ ਗੁਰੂ ਦੀ ਕਿਰਪਾ ਦੁਆਰਾ, ਕਿਉਂਕਿ ਬੁਲਾਉਣ ਵਾਲਾ ਤਾਂ ਗੁਰੂ ਹੀ ਹੁੰਦਾ, ਆਪ ਜੀ ਨੂੰ ਸਰਵਣ ਕਰਵਾਈ ਆ। ਬੋਲਦਿਆਂ ਤੋਂ ਇੱਕ ਨਹੀਂ, ਬਹੁਤ ਬਹੁਤ ਭੁੱਲਾਂ ਹੋ ਗਈਆਂ ਹੋਣਗੀਆਂ। ਗੁਰੂ ਦੀ ਸੰਗਤ ਸਤਿਗੁਰੂ ਮਹਾਰਾਜ ਬਖਸ਼ ਲੈਣ ਜੀ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਸਰਬੱਤ ਜੀਆਂ ਦਾ ਭਲਾ ਕਰਨ। ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ, ਨਿਤਨੇਮੀ ਬਣੋ, ਮਹਾਰਾਜ ਜੀ ਰਹਿਮਤ ਕਰਨ। ਬਾਣੀ ਨਾਲ ਹੀ, ਨਾਮ ਜਪਣ ਦੇ ਨਾਲ ਹੀ ਬੰਦੇ ਦੀ ਚੜ੍ਹਾਈ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।